ਡੀਡੀ ਪੰਜਾਬੀ देख रहे दर्शकों का स्वागत। मैं हाँ मनप्रीत चवंदा। प्रोग्राम खास खबर एक नज़र लैके हाजिर हो गए हैं। अज दियां ताज़ा सुर्खियां ते चर्चा करांगे। खास खबरां ते पड़चोल करन दे लई साडे मेहमान भी स्टूडियो च पहुंच गए ने। मदनदीप जी, आओ स्वागत करदे हां उन्हां दा। मदनदीप जी, बहुत बहुत स्वागत तुहाडा। बहुत बहुत शुक्रिया जी, धन्यवाद तुहाडा। सर, खेती कानूनां दे वल वधदे हां। पहली खबर जिहड़ी अहम भखदी होई अज दी हर एक अखबार दी सुर्खी बनी हुई है। कल केंद्र सरकार ते किसान नेतावां दे विचाले मीटिंग हुई है। लंबा समा मीटिंग चली है पर कोई हल नहीं निकल सकिया ते अगली तरीक जिहड़ी 8 जनवरी पा दी गई है। की कहना चाहुंदे हो? हाँ जी, 7वें दौर की मीटिंग सी। इस तो पहला 6 बैठकां सरकार ते किसान आगूआं दे दरम्यान हो चुकियां सी। और आपां देखो, तुसीं पुछिआ भी इहदे बारे की कहोगे। मैनूं तां आस है हाले भी कि कोई ना कोई नतीजा जरूर निकलेगा। इसे करके वार वार मीटिंगां हो रही हैं। जे किसानां नूं आस ना होवे मान लो सरकार तो ਤਾਂ किसान इस तो बाद सरकार नाल मीटिंग ਲਈ भी सहमत ना ਹੁੰਦੇ। ਕਿਤੇ ਨਾ ਕਿਤੇ ਬਹੁਤ ਸਾਰੇ ਗੱਲਾਂ ਇਸ ਤਰ੍ਹਾਂ ਦੀ ਵੀ ਹੁੰਦੀਆਂ ਜਿਹੜੀਆਂ ਤੁਹਾਡੇ ਸਾਹਮਣੇ ਨਹੀਂ ਆਉਂਦੀਆਂ, ਜਿਹੜੀਆਂ ਸਾਡੇ ਕੋਲ ਵੀ ਅਖਬਾਰ ਦਾ ਹਿੱਸਾ ਨਹੀਂ ਬਣਦੀਆਂ। ਮੀਟਿੰਗਾਂ ਦੇ ਵਿੱਚ ਬਹੁਤ ਕੁਝ ਵਾਪਰਦਾ ਹੁੰਦਾ ਆ ਜਿਹੜਾ ਕਿ ਅਗਲੇ ਕਰਮ ਲਈ ਜਿਹੜਾ ਹੈਗਾ ਉਹ ਰਹਿ ਜਾਂਦਾ ਹੈ, ਅਗਲੇ ਕਦਮ ਲਈ ਰਹਿ ਜਾਂਦਾ ਹੈ। ਜੇ 6 ਇਸ ਤੋਂ ਪਹਿਲਾਂ ਮੀਟਿੰਗਾਂ ਹੋਈਆਂ, 7ਵੀਂ ਕੱਲ ਮੀਟਿੰਗ ਹੋਈ ਹੈ। 7ਵੀਂ मीटिंग ਦੇ ਵਿੱਚ ਭਾਵੇਂ ਬਹੁਤ ਸਾਰੇ ਅਖਬਾਰਾਂ ਨੇ ਇਹ ਹੈਡਿੰਗ ਲਾਇਆ ਹੈ ਕਿ ਬੇਨਤੀਜਾ 7ਵੇਂ ਦੌਰ ਦੀ ਮੀਟਿੰਗ ਜਿਹੜੀ ਹੈ ਉਹ ਵੀ ਬੇਨਤੀਜਾ ਰਹੀ ਹੈ। ਇਸੇ ਤਰ੍ਹਾਂ ਪਹਿਲਾਂ ਵੀ ਇਵੇਂ ਇਸ ਤਰ੍ਹਾਂ ਦੇ ਹੈਡਿੰਗ ਲੱਗਦੇ ਆਏ ਆ। ਪਰ ਮੈਂ ਸਮਝਦਾ ਹਾਂ ਕਿ ਬੇਸ਼ੱਕ ਪੂਰੀ ਤਰ੍ਹਾਂ ਨਾਲ ਹਾਲੇ ਸਹਿਮਤੀ ਨਹੀਂ ਬਣੀ, ਪਰ ਇਹਦੇ ਵਿੱਚ ਕੁਝ ਗੱਲਾਂ ਦੇ ਉੱਤੇ ਪਹਿਲਾਂ ਸਹਿਮਤੀ ਬਣ ਵੀ ਚੁੱਕੀ ਹੋਈ ਹੈ। ਜਿਵੇਂ ਪਿਛਲੀ ਮੀਟਿੰਗ ਦੇ ਵਿੱਚ ਆਪਾਂ ਦੇਖਿਆ ਵੀ ਕਿਸਾਨ ਆਗੂ ਤੇ ਸਰਕਾਰ ਦੇ ਜਿਹੜੇ ਮੰਤਰੀ ਤੇ ਹੋਰ ਜਿਹੜੇ ਅਫਸਰ ਆਏ ਹੋਏ ਸੀ, ਉਹਨਾਂ ਨੇ ਰਲ ਮਿਲ ਕੇ ਚਾਹ ਪਾਣੀ ਵੀ ਪੀਤਾ, ਖਾਧਾ ਪੀਤਾ ਵੀ। ਠੀਕ ਹੈ ਨਾ। ਮੇਰਾ ਖਿਆਲ ਹੈ ਵੀ ਜਿਹੜਾ ਸਰਕਾਰ ਨੇ ਜਿਹੜੀ ਉਹਨਾਂ ਦੀ ਮਹਿਮਾਨ ਨਿਵਾਜ਼ੀ ਕੀਤੀ ਸੀ, ਉਹਨਾਂ ਨੇ ਕਬੂਲ ਕੀਤੀ ਸੀ। ਬਿਲਕੁਲ। ਇਸ ਤੋਂ ਪਹਿਲਾਂ ਆਪ ਦਾ ਪਾਣੀ ਲੈ ਕੇ ਕਿਸਾਨ ਜਾਂਦੇ ਰਹੇ ਆ, ਆਪਣੇ ਬਿਸਕੁਟ ਲੈ ਜਾਂ ਜੋ ਵੀ ਚੀਜ਼ ਖਾਣੀ ਉੱਥੇ ਆਪ ਦੀ ਲੈ ਕੇ ਜਾਂਦੇ ਰਹੇ। ਚਾਹ ਵੀ ਆਪਣੀ ਉਹਨਾਂ ਨੇ ਪੀਤੀ ਸੀ, ਚਾਹ ਵੀ ਸਰਕਾਰ ਦੀ ਨਹੀਂ ਕਬੂਲੀ ਸੀ, ਉਹਨਾਂ ਨੇ ਨਹੀਂ ਮਨਜ਼ੂਰ ਸੀ ਕੀਤੀ। ਲੇਕਿਨ ਪਿਛਲੀ ਜਿਹੜੀ ਮੀਟਿੰਗ ਹੋਈ ਹੈ, ਪਿਛਲੀ ਮੀਟਿੰਗ ਦੇ ਵਿੱਚ ਸਰਕਾਰ ਦੇ ਮੰਤਰੀ ਦੇ ਨਾਲ ਤੇ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਬੈਠ ਕੇ ਕਿਸਾਨਾਂ ਨੇ ਚਾਹ ਵੀ ਪੀਤੀ ਹੈ। ਸੋ ਸੁਖਾਵਾਂ ਮਾਹੌਲ ਜਿਹੜਾ ਹੈਗਾ ਇੱਕ ਸਾਡੇ ਸਾਹਮਣੇ ਆਇਆ ਸੀ। ਉਹ ਇਸ ਕਰਕੇ ਸੁਖਾਵਾਂ ਮਾਹੌਲ ਆਇਆ ਸੀ ਸਾਹਮਣੇ ਕਿ ਕਿਸਾਨਾਂ ਨੂੰ ਥੋੜ੍ਹੀ ਜਿਹੀ ਉਮੀਦ ਸਰਕਾਰ ਤੋਂ ਲੱਗੀ ਸੀ। ਕੁਝ ਗੱਲਾਂ ਮੰਨ ਵੀ ਲਈਆਂ। ਮਿਸਾਲ ਦੇ ਤੌਰ 'ਤੇ ਸਰਕਾਰ ਨੇ ਪਹਿਲੇ ਐਲਾਨ ਕਰਤਾ ਸੀ ਕਿ ਬਿਜਲੀ ਦਾ ਜਿਹੜਾ ਸੀ ਕਾਨੂੰਨ ਲਿਆਉਣ ਬਾਰੇ ਸੋਚ ਰਹੇ ਸੀ ਸਰਕਾਰ, ਉਹ ਨਹੀਂ ਲਿਆਏਗੀ ਕਾਨੂੰਨ। ਇੱਕ ਉਹਦੇ ਵਿੱਚ ਸੀ ਕਿ ਪਰਾਲੀ ਦਾ ਜਿਹੜਾ ਮਾਮਲਾ ਸੀ, ਇੱਕ ਭਾਰੀ ਭਰਕਮ ਜੁਰਮਾਨਾ ਸੀਗਾ, ਉਹਦੇ 'ਚ ਕੈਦ ਦੀ ਪ੍ਰੋਵੀਜ਼ਨ ਵੀ ਸੀ। ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹੈ ਕਿ ਦਿੱਲੀ ਦੇ ਵਿੱਚ ਪੋਲੂਸ਼ਨ ਹੋ ਜਾਂਦਾ ਜੀ ਉਹਦੇ ਨਾਲ। ਸਰਕਾਰ ਉਹ ਵੀ ਮੰਨ ਗਈ ਹੈ ਕਿ ਇਹਦੇ ਵਿੱਚੋਂ ਅਸੀਂ ਕਿਸਾਨਾਂ ਨੂੰ ਇਸ ਕਾਨੂੰਨ 'ਚੋਂ ਵੀ ਬਾਹਰ ਕਰ ਦਿਆਂਗੇ। ਇਹਦਾ ਮਤਲਬ ਹੈ ਕਿ 2 ਜਿਹੜੇ ਸਹਿਮਤੀ ਹੋ ਗਈ। ਕੁੱਲ ਜਿਹੜੇ ਹੈਗੇ 23 ਇਸ ਤਰ੍ਹਾਂ ਦੇ ਮੰਗਾਂ ਹੈਗੀਆਂ ਕਿਸਾਨਾਂ ਦੀਆਂ। ਉਹਦੇ ਵਿੱਚ ਜਿਹੜੇ 3 ਕਾਨੂੰਨ ਆ, ਖੇਤੀ ਕਾਨੂੰਨ ਜਿਹੜੇ ਨਵੇਂ ਆ, ਉਹ ਤਾਂ ਬਿਲਕੁਲ ਕਿਸਾਨ ਕਹਿੰਦੇ ਰੱਦ ਕਰ ਦਿਓ, ਇਸ ਤੋਂ ਘੱਟ ਉਹ ਕਹਿੰਦੇ ਸਾਨੂੰ ਕੋਈ ਮਨਜ਼ੂਰ ਨਹੀਂ। ਪਰ ਜਿਵੇਂ ਜਿਵੇਂ ਕੁਝ ਇਹ ਵੀ ਹੁਣ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ 8ਵੇਂ ਦੌਰ ਦੀ 8 ਜਨਵਰੀ ਨੂੰ ਜਿਹੜੀ ਮੀਟਿੰਗ ਹੋਣੀ ਹੈ, ਉਹਦੇ ਵਿੱਚ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ MSP ਦਾ ਮਾਮਲਾ ਆ, ਘੱਟੋ ਘੱਟ ਸਮਰਥਨ ਮੁੱਲ ਦਾ ਜਿਹੜਾ ਮਾਮਲਾ ਹੈਗਾ, ਵੀ ਉਹ ਸ਼ਾਇਦ ਸਰਕਾਰ ਲਿਖਤੀ ਰੂਪ 'ਚ ਕਿਸਾਨਾਂ ਦੇ ਸਾਹਮਣੇ ਰੱਖੇਗੀ। ਇਸ ਤਰ੍ਹਾਂ ਦੇ ਮਤਲਬ ਆ ਰਹੀਆਂ ਖਬਰਾਂ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਵੀ ਪੱਕੇ ਤੌਰ 'ਤੇ ਇਹੀ ਕੁਛ ਹੋਊਗਾ, ਪਰ ਇਸ ਤਰ੍ਹਾਂ ਦੀ ਉਮੀਦ ਲਾਈ ਜਾ ਰਹੀ, ਮੀਡੀਆ ਦੇ ਵਿੱਚ ਵੀ ਇਸ ਤਰ੍ਹਾਂ ਦੀ ਉਮੀਦ ਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸਾਨ ਆਗੂਆਂ ਦੇ ਵੀ ਇਸ ਤਰ੍ਹਾਂ ਦੀ ਉਮੀਦ ਕੁਝ ਜ਼ਾਹਰ ਕੀਤੀ ਹੈ। ਸੋ ਇਹਦਾ ਮਤਲਬ ਇਹ ਹੈਗਾ ਕਿ ਅਗਲੀ ਜਿਹੜੀ 8 ਜਨਵਰੀ ਨੂੰ ਜਿਹੜੀ ਮੀਟਿੰਗ ਤੈਅ ਹੋਈ ਹੈ, ਉਹ ਕਿਤੇ ਨਾ ਕਿਤੇ ਇਸ ਗੱਲ ਦੀ ਸਹਿਮਤੀ ਹੈ ਨਾ ਕਿ ਸਾਡੀ ਮੀਟਿੰਗ ਦੁਬਾਰਾ ਹੋਊਗੀ। ਕਿਸਾਨ ਸਹਿਮਤ ਹੋਇਆ ਤਾਂ ਹੀ ਮੀਟਿੰਗ ਹੋ ਰਹੀ ਹੈ ਨਾ। ਜੇ ਕਿਸਾਨ ਸਹਿਮਤ ਨਾ ਹੋਣ ਤਾਂ ਫਿਰ ਮੀਟਿੰਗ ਨਾ ਹੋਵੇ। ਕਿਸਾਨ ਤਾਂ ਸਹਿਮਤ ਨਹੀਂ ਹੋਣਗੇ ਜਦੋਂ ਉਹਨਾਂ ਨੂੰ ਬਿਲਕੁਲ ਨਾ ਉਮੀਦੀ ਹੋਊਗੀ, ਜਦੋਂ ਉਹਨਾਂ ਨੂੰ ਇਹ ਹੋ ਗਿਆ ਵੀ ਹੁਣ ਸਰਕਾਰ ਨਹੀਂ ਮੰਨ ਰਹੀ, ਇਸ ਕਰਕੇ ਅਸੀਂ ਜਿਹੜਾ ਆਪਣਾ ਅੰਦੋਲਨ ਆ ਅਸੀਂ ਤੇਜ਼ ਕਰਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਕੋਈ ਗੱਲ ਸਰਕਾਰ ਨਾਲ ਨਹੀਂ ਕਰਾਂਗੇ। ਪਰ ਹਾਲੇ ਕਿਸਾਨਾਂ ਨੂੰ ਉਮੀਦ ਆ, ਇਸ ਕਰਕੇ ਗੱਲਬਾਤ ਦਾ ਸਿਲਸਿਲਾ ਜਿਹੜਾ ਹੈਗਾ ਉਹ ਜਾਰੀ ਹੈ ਦੋਨਾਂ ਧਿਰਾਂ ਦੇ ਦਰਮਿਆਨ। ਹਾਲਾਂਕਿ ਇਹ ਵੀ ਖਬਰਾਂ ਆਈਆਂ ਵੀ ਦੋਨੋਂ ਧਿਰਾਂ
ਜੀ ਬਾਅਦ ਜ਼ਿੱਦ ਨੇ ਆਪਣੀ ਆਪਣੀ ਮੰਗ ਤੇ। ਜਿਵੇਂ ਕਿਸਾਨ ਕਹਿੰਦੇ ਆ ਕਿ ਤੁਸੀਂ 3 ਕਾਨੂੰਨ ਰੱਦ ਕਰੋ, ਇਸ ਤੋਂ ਘੱਟ ਸਾਨੂੰ ਕੁਝ ਮਨਜ਼ੂਰ ਨਹੀਂ। ਸਰਕਾਰ ਇਹ ਕਹਿੰਦੀ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ, ਅਸੀਂ ਸੋਧ ਕਰਨ ਲਈ ਮਤਲਬ ਜੋ ਗੱਲਾਂ ਆ ਰਹੀਆਂ। ਬਿਲਕੁਲ ਬਿਲਕੁਲ। ਤੋ ਇਹਦੇ ਵਿੱਚ ਇਹ ਦੇਖਣ ਵਾਲੀ ਗੱਲ ਹੈ ਕਿ ਕੀ ਦੋਨੋਂ ਧਿਰਾਂ ਕਿਤੇ ਨਾ ਕਿਤੇ ਸਹਿਮਤ ਹੁੰਦੀਆਂ। ਜੀ ਮੇਰਾ ਖਿਆਲ ਹੈ ਵੀ ਜੇ ਸਰਕਾਰ ਕੁਝ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਹੈਗੇ ਆ ਉਹਨਾਂ ਨੂੰ ਮਿਸਾਲ ਦੇ ਤੌਰ ਤੇ MSP ਦਾ ਮਾਮਲਾ ਹੈਗਾ, ਜੇ ਸਰਕਾਰ ਉਹਦੇ ਲਈ ਕਾਨੂੰਨ ਦਿੰਦੀ ਬਣਾ ਕੇ, ਤਾਂ ਮੇਰਾ ਖਿਆਲ ਹੈ ਵੀ ਕਿਸਾਨ ਇਹਨੂੰ ਮਨਜ਼ੂਰ ਕਰ ਲੈਣਗੇ। ਉਹਨਾਂ ਨੂੰ ਕੀ ਇਹਦੇ ਵਿੱਚ ਪ੍ਰੋਬਲਮ ਹੈਗੀ ਹੈ? ਕਿਸਾਨ ਤੇ ਚਾਹੁੰਦੇ ਹੀ ਹੈ ਕਿ ਚਾਹੇ ਕੋਈ ਪ੍ਰਾਈਵੇਟ ਖਰੀਦੇ ਚਾਹੇ ਸਰਕਾਰ ਖਰੀਦੇ ਅਨਾਜ ਉਹਨਾਂ ਦਾ, ਉਹਨਾਂ ਨੂੰ ਤਾਂ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ ਉਹਦੀ ਗਰੰਟੀ ਚਾਹੀਦੀ ਹੈ ਔਰ ਕਾਨੂੰਨੀ ਗਰੰਟੀ ਮੰਗਦੇ ਆ। ਜੇ ਸਰਕਾਰ ਉਹਨਾਂ ਨੂੰ ਇਸ ਤਰ੍ਹਾਂ ਦੀ ਕਾਨੂੰਨੀ ਗਰੰਟੀ ਦੇ ਦਿੰਦੀ ਹੈ ਤੇ ਕਿਸਾਨਾਂ ਨੂੰ ਹੋਰ ਕੀ ਚਾਹੀਦਾ ਹੋਊਗਾ? ਸੋ ਇਸ ਕਰਕੇ ਮਨਪ੍ਰੀਤ ਜੀ ਆਸ ਬਣੀ ਹੋਈ ਹੈ, ਆਸ ਨਹੀਂ ਟੁੱਟੀ। ਮੀਟਿੰਗਾਂ ਦੇ ਵਿੱਚ ਕਦੇ ਸਹਿਮਤੀ ਬਣਦੀ ਹੁੰਦੀ ਹੈ, ਕਦੇ ਨਹੀਂ ਬਣਦੀ ਹੁੰਦੀ। ਕਿਸਾਨ ਵੀ ਇਹ ਚਾਹੁੰਦੇ ਆ ਕਿ ਸਹਿਮਤੀ ਬਣੇ, ਸਰਕਾਰ ਵੀ ਇਹ ਚਾਹੁੰਦੀ ਕਿ ਸਹਿਮਤੀ ਬਣੇ, ਤੇ ਅਸੀਂ ਵੀ ਚਾਹੁੰਦੇ ਆ ਵੀ ਕਿਸਾਨ ਜਿਹੜਾ ਜੋ ਕੁਝ ਚਾਹੁੰਦੇ ਆ ਉਹਨਾਂ ਨੂੰ ਮਿਲ ਜਾਏ। ਜੋ ਸਰਕਾਰ ਚਾਹੁੰਦੀ ਹੈ, ਕਈ ਵਾਰ ਸਰਕਾਰ ਚਾਹੁੰਦੀ ਹੁੰਦੀ ਪਰ ਸਰਕਾਰ ਨੂੰ ਨਹੀਂ ਉਹ ਮਿਲਦਾ ਹੁੰਦਾ। ਸਰਕਾਰ ਨੂੰ ਵੀ ਥੋੜਾ ਜਿਹਾ ਜ਼ਿੱਦ ਤੋਂ ਪਿੱਛੇ ਹਟਣਾ ਚਾਹੀਦਾ ਹੈ। ਜੀ ਬਿਲਕੁਲ ਜੀ। ਸੋ ਇਹਦੇ ਨਾਲ ਹੀ ਜਦੋਂ ਕੱਲ ਕਿਸਾਨ ਮੀਟਿੰਗ ਦੇ ਲਈ ਉੱਥੇ ਪਹੁੰਚੇ ਤਾਂ ਉਹਨਾਂ ਨੇ ਆਪਣੇ ਸ਼ਹੀਦ ਹੋਏ ਕਿਸਾਨਾਂ ਦੀ ਗੱਲ ਜਾਂ ਦਰਦ ਆ ਉਹ ਸਰਕਾਰ ਦੇ ਅੱਗੇ ਰੱਖਿਆ। ਨਹੀਂ, ਕਿਸਾਨਾਂ ਨੇ ਨਹੀਂ ਦਰਦ ਨਹੀਂ ਰੱਖਿਆ। ਦੇਖੋ ਇਹ ਜੱਗ ਜਹਾਰ ਹੈ ਸਾਰਾ ਕੁਝ, ਕਿਸਾਨਾਂ ਨੇ ਕੋਈ ਦਰਦ ਨਹੀਂ ਰੱਖਿਆ। ਕਿਸਾਨਾਂ ਨੂੰ ਪਤਾ ਹੈ ਕਿ ਜਿਸ ਹਾਲਾਤ ਦੇ ਵਿੱਚ ਜਿਹੜੇ ਮੌਸਮ ਦੇ ਵਿੱਚ ਬਰਫ਼ ਪੈ ਰਹੀ ਹੈ, ਤੁਹਾਨੂੰ ਪਤਾ ਮੀਂਹ ਪੈ ਰਿਹਾ ਆ, ਇੰਨੀ ਠੰਡ ਆ, ਉਹਨਾਂ ਨੂੰ ਪਤਾ ਹੈ ਵੀ ਅਸੀਂ ਜਿੱਥੇ ਬੈਠੇ ਆ ਸਾਡੇ ਨਾਲ ਬਹੁਤ ਕੁਝ ਹੋ ਸਕਦਾ ਹੈ। ਉਹ ਦਰਦ ਸਹਿ ਰਹੇ ਆ, ਕਿਸੇ ਦੇ ਅੱਗੇ ਜ਼ਾਹਰ ਨਹੀਂ ਕਰ ਰਹੇ ਦਰਦ ਆਪਣਾ। ਇਹ ਆਪਾਂ ਥੋੜਾ ਜਿਹਾ ਸ਼ਬਦਾਂ ਨੂੰ ਜਿਹੜਾ ਹੈਗਾ ਕਈ ਵਾਰ ਆਪਣੇ ਮੂੰਹ ਚੋਂ ਨਿਕਲ ਜਾਂਦੇ ਆ, ਲੇਕਿਨ ਦਰਦ ਨਹੀਂ ਰੱਖਿਆ। ਪਰ ਸਰਕਾਰ ਨੂੰ ਵੀ ਪਤਾ ਆ ਵੀ ਉੱਥੇ ਕਿਸਾਨਾਂ ਦੀ ਮੌਤ ਹੋਈ ਹੈ, ਠੰਡ ਕਾਰਨ ਹੋਈ, ਬਿਮਾਰੀ ਕਾਰਨ ਹੋਈ, ਮੌਤ ਹੋਈ ਹੈ ਕਿਸਾਨਾਂ ਦੀ, ਸਰਕਾਰ ਨੂੰ ਪਤਾ ਆ। ਸੋ ਉਹਨਾਂ ਨੇ ਕੱਲ ਦੀ ਮੀਟਿੰਗ ਦੇ ਵਿੱਚ ਸ਼ਰਧਾਂਜਲੀ ਦਿੱਤੀ ਹੈ। ਜਦੋਂ ਸਰਕਾਰੀ ਨੁਮਾਇੰਦੇ ਆਉਂਦੇ ਆ, ਕਿਸਾਨ ਇਕੱਠੇ ਹੋਏ ਆ, ਤੇ ਕੁਦਰਤੀ ਗੱਲ ਆ ਕਿ ਇਹ ਕੋਈ ਛੋਟੀ ਘਟਨਾ ਤਾਂ ਹੈ ਨਹੀਂ। ਅੰਦੋਲਨ ਦੇ ਵਿੱਚ ਜਿਵੇਂ ਤੁਸੀਂ ਸ਼ਹੀਦ ਸ਼ਬਦ ਵਰਤਿਆ ਆ, ਅੰਦੋਲਨ ਦੇ ਵਿੱਚ ਮਰਨ ਵਾਲੇ ਹਮੇਸ਼ਾ ਲੋਕ ਹਿੱਤ ਅੰਦੋਲਨ ਦੇ ਵਿੱਚ ਮਰਨ ਵਾਲੇ ਸ਼ਹੀਦ ਹੁੰਦੇ ਆ। ਤੋ ਉਹਦੇ ਵਿੱਚ ਜਿਹੜੇ ਮੌਤਾਂ ਹੋਈਆਂ ਕਿਸਾਨਾਂ ਦੀਆਂ ਉਹਨਾਂ ਨੇ ਸਾਰਿਆਂ ਨੇ ਇਕੱਠੀ ਸ਼ਰਧਾਂਜਲੀ ਦਿੱਤੀ ਹੈ। ਸਰਕਾਰ ਦੇ ਵਿੱਚ ਵੀ ਇਨਸਾਨ ਹੈਗੇ ਆ ਔਰ ਉਹ ਵੀ ਬਾਹਰੋਂ ਨਹੀਂ ਉੱਡ ਕੇ ਆਏ ਹੋਏ, ਉਹ ਵੀ ਸਾਡੇ ਵਿੱਚੋਂ ਹੀ ਗਏ ਹੋਏ ਆ। ਉਹਨਾਂ ਬਹੁਤ ਸਾਰੇ ਕਿਸਾਨ ਪਰਿਵਾਰਾਂ ਚੋਂ ਹੀ ਹੈਗੇ ਆ। ਸੋ ਇਸ ਕਰਕੇ ਇਹ ਸਾਰੇ ਉਹ ਜਾਣਦੇ ਆ ਕਿ ਇਹ ਕੁਝ ਵਾਪਰਿਆ। ਕਿਸਾਨਾਂ ਨੇ ਨਹੀਂ ਕਿਹਾ ਵੀ ਤੁਸੀਂ ਸ਼ਰਧਾਂਜਲੀ ਦਿਓ। ਨਹੀਂ ਇਹ ਤਾਂ ਮੀਟਿੰਗ ਦੇ ਵਿੱਚ ਇੱਕ ਸਹਿਮਤੀ ਬਣੀ, ਜਾਂ ਮਤਲਬ ਇੱਕ ਕੁਦਰਤੀ ਮਾਹੌਲ ਹੁੰਦਾ ਜਦੋਂ ਮੀਟਿੰਗ ਹੁੰਦੀ ਹੈ, ਉਦੋਂ ਜਿਹੜਾ ਹੈਗਾ ਵੀ ਉਹ ਬਣਦਾ ਵੀ ਹੈ, ਇੰਨਾ ਕੁ ਬਣਦਾ ਵੀ, ਉਹਨਾਂ ਨੂੰ ਸ਼ਰਧਾਂਜਲੀ ਦੇਣੀ ਬਣਦੀ ਹੈ। ਸੋ ਅਸਲ ਸ਼ਰਧਾਂਜਲੀ ਤਾਂ ਉਹਨਾਂ ਨੂੰ ਉਹ ਹੋਊਗੀ ਜਿੱਦਣ ਜਿਹੜਾ ਹੈਗਾ ਜਿਹੜੇ ਕੰਮ ਲਈ ਉਹ ਗਏ ਆ, ਉਹ ਕੰਮ ਜਿਹੜਾ ਹੈਗਾ ਉਹਨੂੰ ਉਹ ਫਤਿਹ ਕਰ ਲੈਣਗੇ, ਸਰਕਾਰ ਉਹਨਾਂ ਦੀ ਗੱਲ ਮੰਨ ਜਾਏਗੀ, ਤਾਂ ਉਹਨਾਂ ਨੂੰ ਅਸਲ ਸ਼ਰਧਾਂਜਲੀ ਤਾਂ ਉਹੀ ਹੈ। ਜੀ ਬਿਲਕੁਲ। ਸੋ ਇਹਦੇ ਨਾਲ ਹੀ ਗੱਲ ਕਰਦੇ ਹਾਂ, ਵਿਸ਼ਵ ਕੌਮਾਂਤਰੀ ਮੁਸ਼ਕਲ ਜੋ ਬਣੀ ਹੋਈ ਹੈ, ਸੋ ਉਸ ਦੇ ਟੀਕਾਕਰਨ ਤੇ ਸਭ ਦੀਆਂ ਨਜ਼ਰਾਂ ਖੜੀਆਂ ਹੋਈਆਂ ਨੇ। ਸਿਰਮ ਇੰਸਟੀਚਿਊਟ ਤੇ ਕੋਵੈਕਸਿਨ ਕੰਪਨੀ ਨੇ ਮਿਲ ਕੇ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਇੰਡੀਅਨ ਡਰੱਗਸ ਰੈਗੂਲੇਟਰੀ ਵੱਲੋਂ 2 ਟੀਕਿਆਂ ਨੂੰ ਵਰਤਣ ਦੀ ਜਿਹੜੀ ਮਨਜ਼ੂਰੀ ਦੇ ਦਿੱਤੀ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਕਿਵੇਂ ਦੇਖਦੇ ਹੋ? ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਜਿਹੜੇ ਵਿਗਿਆਨੀ ਹੈ, ਅਸੀਂ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਚਾਹਾਂਗੇ ਸਾਡੇ ਦੂਰਦਰਸ਼ਨ ਵੱਲੋਂ ਵੀ, ਕਿ ਭਾਰਤ ਦੇ ਵਿੱਚ ਭਾਰਤ ਦੀਆਂ 2 ਬਣਾਈਆਂ ਹੋਈਆਂ ਵੈਕਸੀਨ ਜਿਹੜੀਆਂ ਭਾਰਤੀ ਵਿਗਿਆਨੀਆਂ ਦੀਆਂ, ਜਿਹਦੇ 'ਚ ਇੱਕ ਕੋਵਿਸ਼ੀਲਡ ਤੇ ਇੱਕ ਕੋਵੈਕਸਿਨ ਹੈ, 2 ਬਣਾਈਆਂ ਹੈ ਔਰ ਦੋਨਾਂ ਨੂੰ ਜਿਹੜੀ ਆਪਾਤ ਮਨਜ਼ੂਰੀ ਦਿੱਤੀ ਗਈ ਹੈ, ਐਮਰਜੈਂਸੀ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ, ਇਹ ਕੋਈ ਛੋਟੀ ਗੱਲ ਨਹੀਂ ਹੈ, ਵੱਡੀ ਉਪਲਬਧੀ ਹੈ। ਕਈ ਵਾਰ ਅਸੀਂ ਪਹਿਲਾਂ ਵੀ ਇਹਦੇ ਤੇ ਇਸ ਤੋਂ ਜਦੋਂ ਵੀ ਸਾਹਮਣੇ ਗੱਲ ਆਈ ਅਸੀਂ ਹਮੇਸ਼ਾ ਡਿਸਕਸ ਕਰਦੇ ਰਹੇ ਇਸ ਪ੍ਰੋਗਰਾਮ ਦੇ ਵਿੱਚ। ਇਹ ਬਹੁਤ ਵੱਡੀ ਉਪਲਬਧੀ ਹੈ, ਸੋ ਪਹਿਲਾਂ ਤੋਂ ਵਧਾਈ ਦੇ ਪਾਤਰ ਹੈਗੇ ਆ। ਤੇ ਇੱਕ ਜਿਹੜੀ ਉਮੀਦ ਜਾਗੀ ਹੈ, ਲੋਕ ਬਹੁਤ ਬੁਰੀ ਤਰ੍ਹਾਂ ਡਰੇ ਪਏ ਸੀ, ਪਤਾ ਨਹੀਂ ਕੀ ਹੋਊਗਾ ਕੀ ਨਹੀਂ ਹੋਊਗਾ। ਇਹ ਵੀ ਲੱਗਦਾ ਸੀ ਸ਼ਾਇਦ ਵੈਕਸੀਨ ਪਤਾ ਨਹੀਂ ਬਣਨੀ ਹੈ ਨਹੀਂ ਬਣਨੀ। ਹਾਲੇ ਵੀ ਬਹੁਤ ਸਾਰੇ ਭੁਲੇਖੇ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ, ਇਸ ਤਰ੍ਹਾਂ ਦੀਆਂ ਗੱਲਾਂ ਉੱਭਰ ਰਹੀਆਂ, ਜਾਂ ਲੋਕ ਜਿਹੜੇ ਹੈਗੇ ਆ
ਬਹੁਤ ਸਾਰਾ ਭਰਮ ਵੀ ਹੈ ਲੋਕਾਂ 'ਚ ਪੈਦਾ ਕੀਤਾ ਜਾ ਰਿਹਾ ਕਿ ਇਹ ਵੈਕਸੀਨ ਹੈ ਹੋ ਜੀ, ਵੈਕਸੀਨ ਉਹ ਹੈ ਜੀ। ਉਹ ਬੜਾ ਡਾਕਟਰ ਕਲੀਅਰ ਕਰ ਰਹੇ ਆ ਕਿ ਦੇਖੋ ਇਹ ਜਿੰਨੇ % ਉਹ ਕਹਿੰਦੇ ਉਨੇ % ਇਹਦਾ ਅਸਰ ਬਕਾਇਦਾ ਹੋਊਗਾ ਔਰ ਇਹਦਾ ਕੋਈ ਇਸ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜਿਹੜਾ ਮਾਰੂ ਹੋਵੇ। ਔਰ ਡਾਕਟਰ ਨੇ ਬੜਾ ਕਲੀਅਰ ਕੀਤਾ ਆ। ਔਰ ਸਭ ਤੋਂ ਦੇਖੋ ਇੱਕ ਬਹੁਤ ਵੱਡਾ ਮੁਲਕ ਆ ਸਾਡੇ ਮੁਲਕ ਦੇ ਵਿੱਚ ਵੈਕਸੀਨੇਸ਼ਨ ਕਰਨੀ ਇਹ ਕੋਈ ਛੋਟਾ ਕੰਮ ਨਹੀਂ ਹੈਗਾ ਜੀ। ਛੋਟੇ ਦੇਸ਼ ਜਿਹੜੇ ਹੈਗਾ, ਜੇ ਇੰਗਲੈਂਡ ਕੱਲ ਕਹਿੰਦਾ ਇੰਗਲੈਂਡ ਦੇ ਵਿੱਚ ਸ਼ੁਰੂ ਕਰ ਲਈ ਉਹਨਾਂ ਨੇ, ਜੇ ਇੰਗਲੈਂਡ ਦੇ ਵਿੱਚ ਸ਼ੁਰੂ ਕਰ ਲਈ, ਇੱਕ ਛੋਟਾ ਜਿਹਾ ਮੁਲਕ ਆ, ਸਾਡੇ ਤਾਂ ਇੱਕ ਸੂਬੇ ਦੇ ਬਰਾਬਰ ਦਾ ਮੁਲਕ ਵੀ ਨਹੀਂ ਹੈਗਾ, ਕਈ ਸਾਡੇ ਸੂਬੇ ਹੀ ਵੱਡੇ ਉਹਦੇ ਤੋਂ। ਸੋ ਇੰਡੀਆ ਦੇ ਵਿੱਚ ਵੈਕਸੀਨੇਸ਼ਨ ਕਰਨੀ ਔਰ ਕਰੋੜਾਂ ਲੋਕਾਂ ਨੂੰ ਵੈਕਸੀਨ ਦੇਣੀ ਉਹ ਕੋਈ ਛੋਟਾ ਕੰਮ ਨਹੀਂ ਹੈਗਾ, ਬਹੁਤ ਵੱਡਾ ਕੰਮ ਆ। ਔਰ ਚੰਗੀ ਗੱਲ ਇਹ ਹੈਗੀ ਹੈ ਕਿ ਇਹਦੇ ਵਿੱਚ ਭਾਰਤ ਦੀ ਵੈਕਸੀਨ ਬਣੀ ਹੋਈ ਜਿਹੜੀ ਹੈਗੀ ਹੈ ਉਹ ਦਿੱਤੀ ਜਾਣੀ ਹੈ। ਔਰ ਇਹਦੇ ਵਿੱਚ ਇੱਕ ਦੋ ਗੱਲਾਂ ਜਿਹੜੀਆਂ ਉਹ ਇਹ ਵੀ ਕਲੀਅਰ ਕੀਤੀਆਂ ਗਈਆਂ ਕਿ 18 ਸਾਲ ਦੀ ਉਮਰ ਤੋਂ ਵੱਧ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਵੈਕਸੀਨ ਦਿੱਤੀ ਜਾਣੀ ਹੈ ਜੀ। 18 ਸਾਲ ਤੋਂ ਘੱਟ ਦੀ ਉਮਰ ਦੇ ਵੈਕਸੀਨ ਜਿਹੜੀ ਹੈ ਉਹ ਨਹੀਂ ਲਵਾ ਸਕਦੇ। 18 ਸਾਲ ਤੋਂ ਘੱਟ ਜਿਹੜੇ ਹੈਗੇ ਯਾਨੀ 12 ਸਾਲ ਤੋਂ ਘੱਟ ਜਿਹੜੇ ਬੱਚੇ ਉਮਰ ਦੇ ਹੈ ਉਹਨਾਂ ਦੇ ਉੱਤੇ ਟ੍ਰਾਇਲ ਚੱਲ ਰਿਹਾ, ਹਾਲੇ ਟ੍ਰਾਇਲ ਚੱਲ ਰਿਹਾ। ਉਸ ਟ੍ਰਾਇਲ ਦੇ ਵਿੱਚ ਕੀ ਨਿਕਲਦਾ ਹੈ, ਕੀ ਆਉਂਦਾ ਹੈ ਸਾਹਮਣੇ, ਉਸ ਤੋਂ ਬਾਅਦ ਸਰਕਾਰ ਜਾਂ ਡਾਕਟਰ ਜਾਂ ਸਾਡਾ ਜਿਹੜਾ ਮਹਿਕਮਾ ਆ ਭਾਰਤ ਦਾ ਉਹ ਫੈਸਲਾ ਕਰੇਗਾ ਕਿ 12 ਸਾਲ ਦੇ ਬੱਚੇ ਨੂੰ ਕਿਹੜੀ ਵੈਕਸੀਨ ਦੇਣੀ ਹੈ ਤੇ ਕਿਹੜੀ ਨਹੀਂ ਦੇਣੀ। ਲੇਕਿਨ ਫਿਲਹਾਲ ਜਿਹੜੀ ਇਹ ਵੈਕਸੀਨ ਹੈਗੀ ਹੈ ਇਹ 18 ਸਾਲ ਦੀ ਉਮਰ ਤੋਂ ਉੱਪਰਲਿਆਂ ਨੂੰ ਦਿੱਤੀ ਜਾਏਗੀ ਜੀ। ਤੇ ਇਹਦੇ ਵਿੱਚ ਫਿਰ ਇਹਨਾਂ ਨੇ ਜਿਵੇਂ ਕਿ ਦੱਸਿਆ ਹੀ ਹੈ, ਪਹਿਲਾਂ ਜਿਹੜੇ ਸਾਡੇ ਜਿਹੜੇ ਫਰੰਟ ਤੇ ਆ ਕੇ ਇਸ ਬਿਮਾਰੀ ਦੇ ਖਿਲਾਫ ਲੜ ਰਹੇ ਆ, ਸਾਨੂੰ ਬਚਾ ਰਹੇ ਆ, ਪਹਿਲਾਂ ਉਹਨਾਂ ਨੂੰ ਦੇਣਗੇ। ਉਸ ਤੋਂ ਬਾਅਦ ਜਿਹੜੇ ਹੈਗੇ ਆ 50 ਸਾਲ ਦੀ ਉਮਰ ਤੋਂ ਆਮ ਜਿਹੜੇ ਨਾਗਰਿਕ ਹੈਗੇ ਆ ਵੱਧ ਉਮਰ ਦੇ ਆ ਉਹਨਾਂ ਨੂੰ ਦੇਣਗੇ। ਫਿਰ ਇਸੇ ਤਰ੍ਹਾਂ ਉਸ ਤੋਂ ਵੱਡੀ ਉਮਰ ਦੇ ਜਿਹੜੇ ਹੈਗੇ ਉਹ ਨਾਲ ਉਹਨਾਂ ਨੂੰ ਵੀ ਦੇਣਗੇ। ਸੋ ਇਸ ਤਰ੍ਹਾਂ ਇਹਨੂੰ ਜਿਹੜਾ ਹੈਗਾ ਇਹ ਵੱਡੀ ਪੱਧਰ ਦੇ ਉੱਤੇ ਰਾਜਾਂ ਦੇ ਵਿੱਚ ਬਕਾਇਦਾ ਤੌਰ ਤੇ ਇਹਦੇ ਪ੍ਰਬੰਧ ਜਿਹੜੇ ਹੈਗੇ ਆ ਉਹ ਕੀਤੇ ਜਾ ਰਹੇ ਆ। ਔਰ ਪ੍ਰਧਾਨ ਮੰਤਰੀ ਨੇ ਆਪ ਇਹ ਐਲਾਨਿਆ ਆ ਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਆ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਮਤਲਬ ਵਿਧੀਵਤ ਪ੍ਰੋਗਰਾਮ ਜਿਹੜਾ ਹੈਗਾ ਇਹ ਸ਼ੁਰੂ ਹੋ ਜਾਏਗਾ ਟੀਕਾਕਰਨ ਦਾ। ਤਾਂ ਇਹ ਬਹੁਤ ਵੱਡੀ ਖਬਰ ਹੈ ਭਾਰਤ ਦੇ ਵਾਸਤੇ ਔਰ ਇਹ ਚੰਗੀ ਖਬਰ ਹੈ ਜੀ। ਬਿਲਕੁਲ। ਇਹਦੇ ਨਾਲ ਹੀ ਮਦਨਦੀਪ ਜੀ ਇੰਗਲੈਂਡ ਤੋਂ ਕਰੋਨਾ ਦਾ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ, ਬੜੀ ਤੇਜ਼ੀ ਦੇ ਨਾਲ ਉਹ ਵੀ ਫੈਲ ਰਿਹਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਇਹ ਪਹਿਲਾਂ ਵੀ ਬਹੁਤ ਗੱਲ ਸਪਸ਼ਟ ਹੋ ਚੁੱਕੀ ਹੈ। ਮੇਰਾ ਖਿਆਲ ਹੈ ਵੀ ਇਹਦੇ ਤੋਂ ਬਹੁਤ ਜ਼ਿਆਦਾ ਡਰਨ ਦੀ ਲੋੜ ਨਹੀਂ ਹੈਗੀ। ਇਹਦੇ ਉਪਾਅ ਉਹੀ ਨੇ ਜਿਹੜੇ ਪਹਿਲਾਂ ਅਸੀਂ ਕਰਦੇ ਆ ਰਹੇ ਹਾਂ। ਯਾਨੀ ਕਿ ਜਿਹਨੂੰ ਵੈਕਸੀਨ ਨਹੀਂ ਦਿੱਤੀ ਗਈ ਜੀ ਜਾਂ ਦਿੱਤੀ ਵੀ ਗਈ ਹੈ ਹਾਲੇ ਤੱਕ ਤਾਂ ਉਹਨੂੰ ਵੀ ਇਹ ਕਿਹਾ ਗਿਆ ਤੁਸੀਂ ਮਾਸਕ ਨਹੀਂ ਉਤਾਰਨਾ, ਜਿਹੜੀ ਦੂਰੀ 2 ਗਜ ਦੀ ਹੈ ਉਹ ਬਣਾ ਕੇ ਰੱਖਣੀ ਹੈ। ਇਹ 2-3 ਚੀਜ਼ਾਂ ਜਿਹੜੀਆਂ ਹੈਗੀਆਂ ਇਹ ਰੱਖੀਆਂ ਹੋਈਆਂ ਪਹਿਲਾਂ, ਇਹ ਇਵੇਂ ਰਹਿਣੀਆਂ ਹਾਲੇ ਫਿਲਹਾਲ। ਪਰ ਇਹਦੇ ਵਿੱਚ ਇਹਦਾ ਰੂਪ ਜਿਹੜਾ ਹੈਗਾ ਵਾਰ-ਵਾਰ ਇਹ ਗੱਲ ਸਾਹਮਣੇ ਆ ਰਹੀ, ਡਾਕਟਰ ਵੀ ਦੱਸ ਰਹੇ ਆ ਕਿ ਰੂਪ ਬਦਲਦਾ ਰਹਿੰਦਾ ਇਹਦਾ ਜੀ, ਠੀਕ ਹੈ ਨਾ। ਸੋ ਇਹ ਘਾਤਕ ਬਹੁਤ ਜ਼ਿਆਦਾ ਰੂਪ ਨਹੀਂ ਹੈਗਾ ਇਹਦਾ ਜਿਹੜਾ ਨਵਾਂ ਜਿਹੜਾ ਇੰਗਲੈਂਡ ਤੋਂ ਚੱਲਿਆ ਆ, ਇਹਦਾ ਕੋਈ ਬਹੁਤ ਜ਼ਿਆਦਾ ਘਾਤਕ ਰੂਪ ਨਹੀਂ ਹੈ। ਬਹੁਤ ਜ਼ਿਆਦਾ ਮਰੀਜ਼ ਵੀ ਹਾਲੇ ਨਹੀਂ ਹੈਗੇ, ਕੁਝ ਮਰੀਜ਼ ਹੈਗੇ ਆ, ਮੇਰਾ ਖਿਆਲ ਕਿ 29 ਕੁ ਮਰੀਜ਼ ਜਿਹੜੇ ਕੱਲ ਤੱਕ ਸਾਹਮਣੇ ਆਏ ਸੀ, ਇਸ ਤੋਂ ਜ਼ਿਆਦਾ ਮਰੀਜ਼ ਨਹੀਂ ਹੈਗੇ। ਪਰ ਇਹ ਵੀ ਬਿਮਾਰੀ ਜਿਹੜੀ ਹੈਗੀ ਹੈ ਇਹ ਕੋਈ ਜ਼ਿਆਦਾ ਘਾਤਕ ਬਿਮਾਰੀ ਨਹੀਂ ਹੈਗੀ, ਇਹ ਵੀ ਇਸੇ ਤਰ੍ਹਾਂ ਦੀ ਜਿਹੜੀ ਬਿਮਾਰੀ ਪਹਿਲਾਂ ਚੱਲ ਰਹੀ ਹੈ ਜੀ। ਇਸ ਦੇ ਨਾਲ ਹੀ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਮੈਟਰੋਲੋਜੀਕਲ ਕਲੈਕਟ ਦਾ ਉਦਘਾਟਨ ਕੀਤਾ ਹੈ। ਮਦਨਦੀਪ ਜੀ ਇਸ ਵੇਲੇ ਉਹਨਾਂ ਨੇ ਕਿਹਾ ਹੈ ਕਿ ਭਾਰਤ ਜਿਹੜਾ ਆਤਮ ਨਿਰਭਰ ਦੇਸ਼ ਬਣਦਾ ਜਾ ਰਿਹਾ ਹੈ ਵਿਗਿਆਨ ਦੇ ਵਿੱਚ ਜੀ। ਸੋ ਇਹ ਤਾਂ ਆਪਾਂ ਦੇਖ ਰਹੇ ਹਾਂ ਕਿ ਸੈਟੇਲਾਈਟ ਦੇ ਮਾਮਲੇ ਵਿੱਚ ਆਪਾਂ ਦੇਖੀਏ ਤਾਂ ਬਹੁਤ ਜਿਹੜੇ ਵਿਕਸਿਤ ਦੇਸ਼ ਆ ਉਹ ਵੀ ਉਹਨਾਂ ਨੂੰ ਵੀ ਅਸੀਂ ਮਤਲਬ ਇਹ ਸਾਡਾ ਅੱਜ ਕਮਾਈ ਦਾ ਸਾਧਨ ਬਣਿਆ ਸਾਡੇ ਵਿਗਿਆਨੀਆਂ ਲਈ, ਠੀਕ ਹੈ ਨਾ, ਕਿ ਉਹਨਾਂ ਦੇ ਜਿਹੜੇ ਸ਼ਟਲ ਹੈ ਉਹ ਲੈ ਕੇ ਜਾਂਦੇ ਆ। ਸੋ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਔਰ ਇਸ ਤਰੱਕੀ ਦੇ ਵਿੱਚ ਸਾਡੇ ਵਿਗਿਆਨੀਆਂ ਕੋਲ ਬੜੇ ਸੀਮਤ ਸਾਧਨ ਹੈਗੇ ਆ। ਸੀਮਤ ਸਾਧਨ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਜਿਹੜੀ ਵਿਗਿਆਨ ਦੀਆਂ ਜਿਹੜੀਆਂ ਭਾਰਤੀ ਵਿਗਿਆਨੀਆਂ ਦੀ ਜਿਹੜੀਆਂ ਉਪਲਬਧੀਆਂ ਆ ਇਹ ਪੂਰੀ ਦੁਨੀਆ ਸਲਾਹ ਰਹੀ ਹੈ। ਇਹ ਇਕੱਲਾ ਇਹ ਨਹੀਂ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ, ਪੂਰੀ ਕੁੱਲ ਦੁਨੀਆ ਸਲਾਹ ਰਹੀ ਹੈ ਸਾਡੇ ਵਿਗਿਆਨੀਆਂ ਨੂੰ ਕਿ ਭਾਰਤ ਦੇ ਵਿਗਿਆਨੀਆਂ ਨੇ ਕਮਾਲ ਕਰਤੀ ਹੈ। ਘੱਟ ਸਾਧਨਾਂ ਦੇ ਬਾਵਜੂਦ ਜਿਹੜਾ ਹੈਗਾ ਅੱਜ ਅਸੀਂ ਦੇਖੋ ਨਾ ਤੁਸੀਂ ਕਿਤੇ ਵੀ ਘੱਟ ਨਹੀਂ ਹੈਗੇ ਜੀ। ਅਮਰੀਕੀ ਵਿਗਿਆਨੀਆਂ ਨਾਲੋਂ, ਰੂਸੀ ਵਿਗਿਆਨੀਆਂ ਨਾਲੋਂ ਸਾਡਾ ਵਿਗਿਆਨ ਕਿਤੇ ਵੀ ਘੱਟ ਨਹੀਂ ਹੈ। ਪਰ ਠੀਕ ਆ, ਸਾਡੇ ਕੋਲ ਉਹਨਾਂ ਹਾਲੇ ਤੱਕ ਸਾਡੇ ਵਿਗਿਆਨੀਆਂ ਕੋਲ ਉਨੇ ਸਾਧਨ ਨਹੀਂ ਹੈਗੇ ਜਿੰਨੇ ਅਮਰੀਕਨ ਜਾਂ ਰਸ਼ੀਅਨ ਵਿਗਿਆਨੀਆਂ ਕੋਲ ਹੈਗੇ ਆ। ਜੇ ਕੱਲ ਨੂੰ ਵੱਧ ਉਸ ਤਰ੍ਹਾਂ ਦੇ ਸਾਧਨ ਇਹਨਾਂ ਕੋਲ ਹੋਣਗੇ ਤਾਂ ਹੋਰ ਵੀ ਕਮਾਲਾਂ ਕਰਨਗੇ ਜੀ।
ਵੱਖ-ਵੱਖ ਅਖਬਾਰਾਂ ਦੇ ਅਹਿਮ ਇੱਕ ਮੁੱਖ ਸੁਰਖੀ ਬਣੀ ਹੈ ਦਲਜੀਤ ਦੋਸਾਂਝ ਦੇ ਬਾਰੇ ਕਿ ਦਲਜੀਤ ਦੋਸਾਂਝ ਦੇ ਖਿਲਾਫ ਆਮਦਨ ਕਰਨੇ ਜਿਹੜਾ ਹੈ ਛਾਪੇਮਾਰੀ ਕੀਤੀ ਹੈ, ਪਰ ਦਲਜੀਤ ਦੋਸਾਂਝ ਪੰਜਾਬੀ ਗਾਇਕ ਜਿਹੜੇ ਨੇ ਉਹ ਇਸ ਗੱਲ ਦਾ ਖੰਡਨ ਕਰ ਰਹੇ ਨੇ। ਕਿਵੇਂ ਦੇਖਦੇ ਹੋ ਇਸ ਖਬਰ ਨੂੰ? ਦੇਖੋ, ਇਹ ਬੜੀ ਅਜੀਬ ਗੱਲ ਹੈਗੀ ਹੈ। ਅਸਲ 'ਚ ਕੀ ਹੋਇਆ, ਦਲਜੀਤ ਦੋਸਾਂਝ ਹੋਣੀ ਜੀ, ਉਹਨਾਂ ਨੇ ਕੁਝ ਸਹਾਇਤਾ ਵਜੋਂ ਅੰਦੋਲਨਕਾਰੀ ਕਿਸਾਨਾਂ ਨੂੰ ਫੰਡ ਦਿੱਤਾ ਸੀ ਔਰ ਉੱਥੇ ਆ ਕੇ ਇਹਨਾਂ ਨੇ ਮਨੋਰੰਜਨ ਵੀ ਕੀਤਾ ਸੀ, ਬੋਲੇ ਵੀ ਸੀ ਸਟੇਜਾਂ ਤੋਂ ਆ ਕੇ। ਅਚਾਨਕ ਕੱਲ ਕੁਝ ਹਿੱਸਾ ਮੀਡੀਆ ਜਿਹੜਾ ਹੈਗਾ, ਕਾਫੀ ਸਾਰਾ ਵੱਡਾ ਹਿੱਸਾ ਜਿਹੜਾ ਹੈਗਾ, ਉਹਨਾਂ ਨੇ ਇੱਕ ਖਬਰ ਛਾਇਆ ਕੀਤੀ ਕਿ ਦਲਜੀਤ ਦੋਸਾਂਝ ਦੇ ਉੱਪਰ ਆਮਦਨ ਕਰ ਵਿਭਾਗ ਨੇ ਛਾਪੇਮਾਰੀ ਕੀਤੀ ਹੈ ਜੀ, ਔਰ ਇਹ ਸੋਸ਼ਲ ਮੀਡੀਆ 'ਤੇ ਵੀ ਬੜੀ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਖਬਰ ਫੈਲ ਗਈ ਕਿ ਦੇਖੋ ਜੀ, ਜਿਹੜਾ ਵੀ ਕਿਸਾਨਾਂ ਦਾ ਹਿਤਕਾਰੀ ਹੈ, ਜਿਹੜੇ ਵੀ ਕਿਸਾਨਾਂ ਦੇ ਹਿੱਤ ਵਿੱਚ ਉੱਠਦੇ ਹੈ, ਉਹਦੇ ਤੇ ਛਾਪੇਮਾਰੀ ਹੋ ਰਹੀ ਹੈ। ਪਰ ਦਲਜੀਤ ਦੋਸਾਂਝ ਨੇ ਕੱਲ ਆਪ ਮੀਡੀਆ ਵਿੱਚ ਆ ਕੇ ਸਾਹਮਣੇ ਆ ਕੇ ਗੱਲ ਕਹੀ ਹੈ ਕਿ ਮੇਰੇ ਤੇ ਤਾਂ ਇਸ ਤਰ੍ਹਾਂ ਦੀ ਕੋਈ ਛਾਪੇਮਾਰੀ ਹੋਈ ਨਹੀਂ ਜੀ। ਸੋ ਇਸ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਉਡਾਉਣੀਆਂ, ਔਰ ਉਹ ਵੀ ਬੜਾ ਜ਼ਿੰਮੇਵਾਰ ਮੀਡੀਆ, ਬੜੇ ਜ਼ਿੰਮੇਵਾਰ ਅਖਬਾਰਾਂ ਨੇ ਖਬਰਾਂ ਲਾਈਆਂ। ਮਾੜੀ ਗੱਲ ਇਹ ਹੈਗੀ ਹੈ, ਔਰ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਇਹ ਨਹੀਂ ਹੋਣੀਆਂ ਚਾਹੀਦੀਆਂ। ਮੈਂ ਤਾਂ ਸਮਝਦਾ ਵੀ ਇਹ ਸਾਡੇ ਲਈ ਬਹੁਤ ਹੀ ਮਾੜੀ ਗੱਲ ਹੈਗੀ ਹੈ ਕਿ ਜ਼ਿੰਮੇਵਾਰ ਮੀਡੀਆ, ਜਿਵੇਂ ਕਹਿੰਦੇ ਵੀ ਤੇਰਾ ਕੁੱਤੀ ਕੰਨ ਲੈ ਗਈ ਜੀ, ਕੰਨ ਨਾਲ ਆ, ਕੰਨ ਤਾਂ ਦੇਖਿਆ ਨਹੀਂ, ਕੁੱਤੀ ਦੇ ਮਗਰ ਭੱਜ ਪਿਆ। ਸਾਡੇ ਮੀਡੀਆ ਦਾ ਅੱਜ ਕੱਲ੍ਹ ਇਹ ਹਾਲ ਹੋਇਆ ਪਿਆ। ਥੋੜਾ ਜਿਹਾ ਸਾਨੂੰ ਬਚਣ ਦੀ ਲੋੜ ਹੈ ਇਸ ਗੱਲ ਤੋਂ। ਜੀ ਬਿਲਕੁਲ। ਇਹਦੇ ਨਾਲ ਹੀ ਮੌਸਮ ਦੇ ਵੱਲ ਚੱਲਦੇ ਹਾਂ। ਮੌਸਮ ਦਾ ਮਿਜਾਜ਼ ਜਿਹੜਾ ਹੈ ਉਹ ਬਦਲ ਰਿਹਾ ਹੈ। ਹਿਮਾਚਲ ਕਸ਼ਮੀਰ ਦੀ ਗੱਲ ਕਰੀਏ ਤਾਂ ਭਾਰੀ ਬਰਫ਼ਬਾਰੀ ਵੀ ਹੋਈ ਹੈ। ਹਰਿਆਣਾ ਪੰਜਾਬ ਦੇ ਵਿੱਚ ਬਾਰਿਸ਼ ਬੂੰਦਾਬਾਂਦੀ ਲਗਾਤਾਰ ਹੋ ਰਹੀ ਹੈ। ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਪਹਾੜਾਂ ਦੇ ਵਿੱਚ ਬਰਫ਼ਬਾਰੀ ਹੋਣੀ ਜੀ, ਇਹ ਚੰਗੀ ਗੱਲ ਹੈਗੀ ਹੈ, ਕਿਉਂਕਿ ਪਹਾੜਾਂ ਤੋਂ ਸਾਨੂੰ ਪਾਣੀ ਮਿਲਦਾ ਆ। ਜਿੰਨੀ ਬਰਫ਼ਬਾਰੀ ਹੋਏਗੀ, ਬਰਫ਼ ਪਿਘਲੇਗੀ, ਉਹਦਾ ਪਾਣੀ ਜਿਹੜਾ ਹੈਗਾ ਉਹ ਸਾਨੂੰ ਆਉਂਦਾ ਆ ਜੀ। ਸੋ ਪਹਾੜਾਂ ਦੇ ਵਾਸਤੇ ਇਹ ਚੰਗੀ ਖਬਰ ਆ, ਸਾਡੇ ਵਾਸਤੇ ਵੀ ਚੰਗੀ ਖਬਰ ਆ। ਜਿਹੜੀ ਬੂੰਦਾਬਾਂਦੀ ਸਾਡੇ ਇੱਥੇ ਹੋ ਰਹੀ ਮੈਦਾਨੀ ਇਲਾਕਿਆਂ 'ਚ, ਸਾਡੇ ਲਈ ਇਹ ਇੱਕ ਇਸ ਕਰਕੇ ਵੀ ਠੀਕ ਹੈ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਧੁੰਦ ਬਹੁਤ ਪੈ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ, ਬਹੁਤ ਠੰਡ ਸੀ, ਧੁੰਦ ਸੀ। ਆਮ ਤੌਰ 'ਤੇ ਕਹਿੰਦੇ ਸੁੱਕੀ ਠੰਡ ਮਾੜੀ ਹੁੰਦੀ ਹੈ। ਸੋ ਇਹਦੇ ਨਾਲ ਥੋੜ੍ਹਾ ਜਿਹਾ ਅਸਮਾਨ ਵੀ ਸਾਫ਼ ਹੋਇਆ ਆ। ਪਰ ਮੈਨੂੰ ਫਿਕਰ, ਜਦੋਂ ਵੀ ਮੀਂਹ ਪੈਂਦਾ ਮੈਨੂੰ ਫਿਕਰ ਹੋ ਜਾਂਦਾ ਜਿਹੜੇ ਕਿਸਾਨ ਉੱਥੇ ਬਾਹਰ ਬੈਠੇ ਆ, ਦਿੱਲੀ ਦੇ ਵਿੱਚ ਬੈਠੇ ਆ ਠੰਡ ਦੇ ਵਿੱਚ, ਵੀ ਉਹਨਾਂ ਦੀ ਕੀ ਹਾਲਤ ਹੁੰਦੀ, ਜਾਂ ਉਹਨਾਂ ਗਰੀਬ ਲੋਕਾਂ ਦੀ ਜਿਹੜੇ ਸੜਕਾਂ 'ਤੇ ਸੌਂਦੇ ਆ, ਜਿਹੜੇ ਝੁੱਗੀਆਂ 'ਚ ਸੌਂਦੇ ਆ, ਜਿਨ੍ਹਾਂ ਦੇ ਕੋਲੇ ਉੱਪਰ ਪੱਕੀਆਂ ਛੱਤਾਂ ਨਹੀਂ ਹੈਗੀਆਂ, ਉਹਨਾਂ ਦੇ ਕੀ ਹਾਲਾਤ ਹੁੰਦੇ ਆ। ਉਹਨਾਂ ਦੇ ਥੋੜ੍ਹੇ ਜਿਹੇ ਜਦੋਂ ਮੀਂਹ ਪੈਂਦਾ ਠੰਡ ਦੇ ਵਿੱਚ ਤਾਂ ਉਹਨਾਂ ਦਾ ਫਿਕਰ ਆਉਣ ਲੱਗ ਜਾਂਦਾ। ਵਰਨਾ ਚੰਗੀ ਗੱਲ ਵੀ ਹੈਗੀ ਹੈ, ਇਹਦੀ ਲੋੜ ਵੀ ਸੀ। ਸੋ ਇਹ ਮੌਸਮ ਵੀ ਹੈ ਜੀ, ਤੇ ਮੈਂ ਤਾਂ ਇਹੀ ਕਹੂੰਗਾ ਜੀ, ਬਰਫ਼ਬਾਰੀ ਹੋ ਰਹੀ ਤਾਂ ਠੰਡ ਤੋਂ ਬਚਣ ਦੀ ਲੋੜ ਵੀ ਹੈਗੀ ਹੈ। ਥੋੜ੍ਹਾ ਜਿਹਾ ਬਚਾਅ ਰੱਖੋ ਆਪਣੇ ਆਪ ਦਾ, ਕਿਉਂਕਿ ਆ ਜਿਹੜੀ ਇੱਕ ਬਿਮਾਰੀ ਚੱਲੀ ਹੋਈ ਹੈ ਕੋਵਿਡ, ਇਹ ਠੰਡ 'ਚ ਜ਼ਿਆਦਾ ਅਸਰ ਕਰਦੀ ਹੈ। ਬਚਾਅ ਰੱਖਣ ਦੀ ਲੋੜ ਹੈ ਜੀ। ਬਿਲਕੁਲ ਹੀ, ਕਿਉਂਕਿ ਕੋਵਿਡ ਦੀ ਜੇ ਗੱਲ ਕਰੀਏ ਤਾਂ ਇਹ ਵੀ ਠੰਡ ਦੇ ਵਿੱਚ ਅਸਰ ਕਰਦੀ ਹੈ। ਤੇ ਵੈਸੇ ਵੀ ਅਸੀਂ ਕਹਿੰਦੇ ਹਾਂ ਜਦੋਂ ਬੂੰਦਾਬਾਂਦੀ ਹੋਵੇ ਤਾਂ ਆਪਣੇ ਆਪ ਨੂੰ ਜਿਹੜਾ ਹੈ ਛਿੱਕ ਜ਼ੁਕਾਮ ਤੋਂ, ਜਿਹੜਾ ਫਲੂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ। ਸੋ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਠੰਡ ਦੇ ਨਾਲ ਜਾਂ ਆਮ ਮੀਂਹ ਦੇ ਵਿੱਚ ਭਿੱਜ ਜਾਣ ਦੇ ਨਾਲ ਵੀ ਸ਼ਿਰਕਤ ਕਰ ਜਾਂਦੀਆਂ। ਇਹਦਾ ਨਾ ਇਮਿਊਨ ਸਿਸਟਮ ਨਾਲ ਜ਼ਿਆਦਾ ਸੰਬੰਧ ਹੈਗਾ ਕੋਵਿਡ ਦਾ। ਜਦੋਂ ਤੁਹਾਨੂੰ ਬਿਮਾਰੀ ਲੱਗਦੀ ਹੈ, ਚਾਹੇ ਤੁਹਾਨੂੰ ਨਜ਼ਲਾ ਲੱਗਦਾ, ਜ਼ੁਕਾਮ ਲੱਗਦਾ, ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਕਰਦਾ ਆ। ਸੋ ਇਮਿਊਨ ਸਿਸਟਮ ਕਮਜ਼ੋਰ ਹੋਣ ਨਾਲ ਕੋਵਿਡ ਜਿਹੜਾ ਹੈਗਾ ਉਹ ਜਲਦੀ ਤੁਹਾਨੂੰ ਘੇਰਦਾ ਆ। ਇਸ ਕਰਕੇ ਇਹਨਾਂ ਬਿਮਾਰੀਆਂ ਤੋਂ ਬਚਾਅ ਕਰਨ ਦੀ ਲੋੜ ਹੈ ਜੀ। ਮਦਨਦੀਪ ਜੀ, ਅੱਜ ਦੀ ਚਰਚਾ ਨੂੰ ਅਸੀਂ ਇੱਥੇ ਸਮੇਟਦੇ ਹਾਂ। ਮੈਨੂੰ ਮਨਪ੍ਰੀਤ ਜਵੰਦਾ ਨੂੰ ਤੇ ਸਾਡੇ ਮਾਹਿਰ ਮਹਿਮਾਨ ਮਦਨਦੀਪ ਜੀ ਨੂੰ ਦਿਓ ਇਜਾਜ਼ਤ। ਧੰਨਵਾਦ।